माता साहेब देवा जी की तपस्थली पर दिव्य भव्य और ज्योतिर्मय गुरुद्वारा निर्मित है। अमृतवाणी की वर्षा और आराधना में भक्त दिव्य आनंद की अनुभूति करते हैं। ऐतिहासिक अस्त्र शस्त्र दशमेश गुरु के स्मृति चिन्ह हैं। इसी गोदावरी नदी के किनारे माता जी ने जप और तप किया था। माता साहेब देवा जी गुरु जी के तीसरे ਅਤੇ ਸਭ ਤੋਂ ਛੋਟੇ ਮਹਿਲ ਸਨ। ਸਾਹਿਬ ਦੇਵਾ ਜੀ ਨੇ ਸੱਤ ਯੁੱਗ ਵਿੱਚ ਬੈਠ ਕੇ ਇਸ ਜਗ੍ਹਾ ਤੇ ਬਹੁਤ ਲੰਬਾ ਸਮਾਂ ਭਜਨ ਬੰਦਗੀ ਦੀ ਸੇਵਾ ਸਿਮਰਨ ਕੀਤਾ। ਗੁਰੂ ਸਾਹਿਬ ਜੀ ਦੋ ਵੇਲੇ ਦਾ ਹੀ ਅੱਛੇ ਪ੍ਰਸ਼ਾਦਾ ਪਾਣੀ ਛਕਦੇ, ਦੁਪਹਿਰ ਦੇ ਵਿਸ਼ਰਾਮ ਵੀ ਅੱਛੇ ਕਰਦੇ, ਅੰਮ੍ਰਿਤ ਵੇਲੇ ਦੀ ਅਰਦਾਸ ਕਰਨ ਵੇਲੇ ਇਹਨਾਂ ਪੰਜਾਂ ਸਾਚਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। यदि दशमेश गुरु और माता साहेब देवा जी के जीवन और इतिहास के विषय में जानना चाहते हैं तो वीडियो को बिना स्किप करे अंत तक अवश्य देखें। यदि आप नांदेड़ से 14.6 किलोमीटर दूर मुगांव में स्थित इस ऐतिहासिक गुरुद्वारे के दर्शन करना चाहते हैं तो कामठा पाथरऊ होते हुए यहाँ 20 से 25 मिनट में पहुँचा जा सकता है। सचखंड साहब की बस, टैक्सी और ऑटो उपलब्ध रहते हैं। गुरुद्वारे के चारों तरफ लगभग कृषि योग्य 250 एकड़ भूमि इस गुरुद्वारे से जुड़ी हुई है। इस भूमि की देखरेख निहंगों द्वारा की जाती है। दर्शनी ड्योढ़ी से प्रवेश करते ही ऐसा प्रतीत होता है जैसे हम किसी दिव्य भव्य और मनोरम स्थान पर चले आए हैं। शांत वातावरण प्रकृति और आध्यात्म के करीबी रिश्ते का एहसास कराता है। अंधेरा हो। यह गुरु गोविंद सिंह जी की संगनी माता साहिब कौर जी की तपस्थली है। मान्यता है कि उन्होंने पिछले जन्म में लंबे समय तक यहाँ ध्यान और तप किया था और जब गुरु गोविंद सिंह जी नांदेड़ आए तो माता जी फिर से इस पवित्र स्थान पर ध्यान करने लगी। गुरु जी यहाँ से आधा किलोमीटर दूर हीरा घाट गुरुद्वारे में विराजते थे और संगत को गुरुबाणी का उपदेश देकर निहाल करते थे। वह दोपहर का लंगर यहीं ग्रहण करते थे। आइए इस गुरुद्वारे के इतिहास के विषय में ग्रंथी जी से सविस्तार जानें। वाहिगुरु जी का खालसा, वाहिगुरु जी की फतेह। सतनाम वाहिगुरु, सतनाम वाहिगुरु। गुरु रूप सत्कारयोग संगत जी, तुसी बड़े वਡਭਾਗੇ हो ਜਿਹੜੇ कि तख्त सचखंड श्री हजूर साहिब की धरती ते यात्रा करते हुए सतयुगी माता जी के सतयुग के तप अस्थान ते आन बराजे हो। खालसा पंथ के माता माता साहेब देवा जी, खालसा पंथ के पिता श्री गुरु गोविंद सिंह जी, माता साहेब देवा जी गुरु जी के तीसरे
ਅਤੇ ਸਭ ਤੋਂ ਛੋਟੇ ਮਹਿਲ ਸਨ। ਗੁਰੂ ਜੀ ਦਾ ਸਾਰਾ ਪਰਿਵਾਰ ਧਰਮ ਦੇ ਬਦਲੇ ਸ਼ਹੀਦ ਹੋ ਚੁੱਕਾ ਸੀ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਰਹਿ ਗਏ ਸਨ। ਗੁਰੂ ਜੀ ਜਦੋਂ ਪੰਜਾਬ ਵਿੱਚੋਂ ਜੰਗਾਂ ਯੁੱਧਾਂ ਤੋਂ ਵੇਲੇ ਹੋ ਕੇ ਦਮਦਮਾ ਸਾਹਿਬ ਤੋਂ ਦੱਖਣ ਦੇਸ਼ ਦੀ ਤਿਆਰੀ ਕੀਤੀ ਤਾਂ ਦਿੱਲੀ ਦੀਆਂ ਸੰਗਤਾਂ ਨੇ ਮਾਤਾ ਸੁੰਦਰੀ ਜੀ ਨੂੰ ਬੇਨਤੀ ਕਰਕੇ ਦਿੱਲੀ ਰੱਖ ਲਿਆ ਸੀ ਤੇ ਮਾਤਾ ਸਾਹਿਬ ਦੇਵਾਂ ਜੀ ਗੁਰੂ ਜੀ ਦੇ ਨਾਲ ਚੱਲ ਕੇ ਸਭ ਤੋਂ ਪਹਿਲਾਂ ਦੱਖਣ ਦੇਸ਼ ਹੀਰਾ ਘਾਟ ਆ ਕੇ ਡੇਰੇ ਲਾਏ। 4-5 ਦਿਨ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ। ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਇੱਕ ਸ਼ਿਕਾਰ ਲਈ ਤਿਆਰੀ ਕੀਤੀ ਜਾਵੇ। ਜਦੋਂ ਗੁਰੂ ਸਾਹਿਬ ਜੀ ਹੀਰਾ ਘਾਟ ਤੋਂ ਚੱਲ ਕੇ ਇਸ ਜਗ੍ਹਾ 'ਤੇ ਆਏ ਤਾਂ ਮਾਤਾ ਸਾਹਿਬ ਦੇਵਾਂ ਜੀ ਗੁਰੂ ਜੀ ਦੇ ਨਾਲ ਸਨ। ਜਦੋਂ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਵੇਖਿਆ ਤੇ ਭਾਈ ਦਿਆ ਸਿੰਘ ਜੀ ਨੂੰ ਕਿਹਾ, ਦਿਆ ਸਿੰਘ ਜੀ ਤੁਸੀਂ ਆਪਣੀ ਮਾਤਾ ਸਾਹਿਬ ਦੇਵਾਂ ਜੀ ਨੂੰ ਵਾਪਸ ਡੇਰੇ ਜਾਣ ਲਈ ਕਹੋ, ਕਿਉਂਕਿ ਅੱਗੇ ਬਹੁਤ ਸੰਘਣਾ ਜੰਗਲ ਹੈ। ਅਸੀਂ ਇੱਕ ਵਿਛੜੇ ਹੋਏ ਰੂਹ ਦੀ ਭਾਲ ਕਰਕੇ ਉਹਦੀ ਮੁਕਤੀ ਕਰਨੀ ਹੈ। ਤਾਂ ਗੁਰੂ ਸਾਹਿਬ ਜੀ ਨੇ ਇੱਥੋਂ ਚੱਲ ਕੇ ਸ਼ਿਕਾਰ ਘਾਟ ਵਾਲੀ ਜਗ੍ਹਾ 'ਤੇ ਜਾ ਕੇ ਤੀਰ ਨਾਲ ਸਾਹੇ ਦਾ ਸ਼ਿਕਾਰ ਕੀਤਾ। ਦਿੱਲੀ ਦਾ ਬਹਾਦਰ ਸ਼ਾਹ ਰਾਜਾ ਨਾਰ ਸਿੰਘ ਬਹਾਦਰ ਸ਼ਾਹ ਨੇ ਕਿਹਾ, ਗੁਰੂ ਜੀ ਭੋਲਾ ਜਾਨਵਰ ਮਾਰਿਆ ਗਿਆ। ਤਾਂ ਗੁਰੂ ਜੀ ਨੇ ਇਸ ਤਰ੍ਹਾਂ ਫਰਮਾਇਆ ਕਿ ਇਹ ਭੋਲਾ ਜਾਨਵਰ ਨਹੀਂ, ਇਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸਿਆਲਕੋਟ ਦੇ ਰਹਿਣ ਵਾਲਾ ਮੂਲਾ ਖੱਤਰੀ ਹੈ, ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਬਚਨ ਨਾ ਮੰਨਦਾ ਹੋਇਆ 84 ਭੋਗ ਰਿਹਾ ਸੀ। ਅਸੀਂ ਤਾਂ ਇਹਨਾਂ ਦੀ ਮੁਕਤੀ ਕੀਤੀ ਹੈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਪੂਰੇ ਕੀਤੇ ਹਨ। ਫਿਰ ਗੁਰੂ ਜੀ ਜਦੋਂ ਸ਼ਿਕਾਰ ਘਾਟ ਵਾਲੀ ਜਗ੍ਹਾ ਤੋਂ ਚੱਲ ਕੇ ਦੁਬਾਰੇ ਇਸ ਜਗ੍ਹਾ 'ਤੇ ਆਏ ਤਾਂ ਇਹ ਛੋੜੀਆਂ ਸਿੱਖ ਸੰਗਤਾਂ ਨੇ ਕਿਹਾ, ਸਤਿਗੁਰ ਪਾਤਸ਼ਾਹ ਜੀ ਮਾਤਾ ਜੀ ਤਾਂ ਵਾਪਸ ਡੇਰੇ ਜਾਣ ਦੀ ਬਜਾਏ ਗੋਦਾਵਰੀ ਨਦੀ ਦੇ ਕਿਨਾਰੇ 'ਤੇ ਚੌਂਕੜਾ ਮਾਰ ਕੇ ਭਜਨ ਬੰਦਗੀ ਵਿੱਚ ਬੈਠੇ ਹਨ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ, ਕਿਉਂਕਿ ਸਾਹਿਬ ਦੇਵਾਂ ਜੀ ਨੇ ਸੱਤ ਯੁੱਗ ਵਿੱਚ ਬੈਠ ਕੇ ਇਸ ਜਗ੍ਹਾ 'ਤੇ ਬਹੁਤ ਲੰਬਾ ਸਮਾਂ ਭਜਨ ਬੰਦਗੀ ਦੇ ਸੇਵਾ ਸਿਮਰਨ ਕੀਤਾ। ਇਹਨਾਂ ਦਾ ਰਹਿਣ ਬਸੇਰਾ ਇੱਥੇ ਹੀ ਕੀਤਾ ਜਾਵੇ। ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਭਜਨ ਬੰਦਗੀ ਵਾਲੀ ਜਗ੍ਹਾ 'ਤੇ ਤੰਬੂ ਲਾਇਆ ਗਿਆ। ਫਿਰ ਮਾਤਾ ਸਾਹਿਬ ਦੇਵਾਂ ਜੀ ਨੂੰ ਦੁਬਾਰਾ ਫਿਰ ਇਸ ਧਰਤੀ ਨਾਲ ਪ੍ਰੇਮ ਜਾਗ ਪਿਆ। ਮਾਤਾ ਸਾਹਿਬ ਦੇਵਾਂ ਜੀ ਨੇ ਕਲਯੁਗ ਵਿੱਚ ਵੀ ਆ ਕੇ 9 ਮਹੀਨੇ 9 ਦਿਨ ਤੇ 9 ਘੜੀਆਂ ਸੇਵਾ ਸਿਮਰਨ ਕੀਤਾ। ਭਾਈ ਮਣੀ ਸਿੰਘ ਤੇ ਮਾਤਾ ਭਾਗੋ ਜੀ ਤੇ ਕੁਝ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਸਾਹਿਬ ਜੀ 2 ਵੇਲੇ ਦਾ ਇੱਥੇ ਪ੍ਰਸ਼ਾਦਾ ਪਾਣੀ ਛਕਦੇ, ਦੁਪਹਿਰ ਦੇ ਵਿਸ਼ਰਾਮ ਵੀ ਇੱਥੇ ਕਰਦੇ, ਸ਼ਾਮ ਨੂੰ ਕਥਾ ਕੀਰਤਨ ਕਰਕੇ ਰਾਤ ਦੇ ਵਿਸ਼ਰਾਮ ਹੀਰਾ ਘਾਟ ਜਾ ਕੇ ਕਰਿਆ ਕਰਦੇ ਸਨ। ਫਿਰ ਗੁਰੂ ਜੀ ਨੇ ਕਿਹਾ, ਸਾਹਿਬ ਦੇਵਾਂ ਜੀ ਸਾਡੀ ਤਾਂ ਹੁਣ ਜਗਤ ਯਾਤਰਾ ਥੋੜ੍ਹੀ ਰਹਿ ਗਈ ਹੈ, ਤੁਸੀਂ ਆਪਣੀ ਵੱਡੀ ਭੈਣ ਸੁੰਦਰੀ ਜੀ ਕੋਲੇ ਦਿੱਲੀ ਚਲੇ ਜਾਓ। ਤਾਂ ਸਾਹਿਬ ਦੇਵਾਂ ਜੀ ਨੇ ਨਿਮਰਤਾ ਸਹਿਣ ਕਿਹਾ, ਸਤਿਗੁਰ ਪਾਤਸ਼ਾਹ ਜੀ ਤੁਹਾਡੇ ਲੰਗਰ ਦੀ ਸਾਂਭ ਸੰਭਾਲ ਦਾ ਕੀ ਬਣੇਗਾ? ਅਸੀਂ ਤਾਂ ਤੁਹਾਡੇ ਦਰਸ਼ਨ ਦਿਦਾਰੇ ਕੀਤੇ ਬਿਨਾਂ ਪ੍ਰਸ਼ਾਦਾ ਪਾਣੀ ਨਹੀਂ ਛਕਦੇ, ਫਿਰ ਸਾਡੇ ਕਿਸ ਤਰ੍ਹਾਂ ਪੰਨ ਪੂਰੇ ਹੋਣਗੇ? ਤਾਂ ਕਲਗੀਧਰ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ 2 ਵਚਨ ਕੀਤੇ। ਸਾਹਿਬ ਦੇਵਾਂ ਜੀ
ਜਿਹੜੀਆਂ ਸਿੱਖ ਸੰਗਤਾਂ ਸ਼ਰਧਾ ਭਾਵਨਾ ਨਾਲ ਤੁਹਾਡੇ ਲੰਗਰ ਦੀ ਸੇਵਾ ਦੇ ਸੇਵਨ ਕਰਿਆ ਕਰਨਗੀਆਂ, ਉਹਨਾਂ ਦੇ ਮਨ ਦੀਆਂ ਭਾਵਨਾ ਪੂਰੀਆਂ ਹੋਇਆ ਕਰਨਗੀਆਂ। ਲੰਗਰ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਵੇਗੀ। ਇਹ ਲੰਗਰ ਸਦਾ ਹੀ ਚੱਲਦੇ ਰਹਿਣਗੇ। ਦੂਸਰਾ ਵਚਨ ਪੰਜ ਸਾਚਰ ਗੁਰੂ ਜੀ ਨੇ ਦੇ ਕੇ ਕਿਹਾ, ਸਾਹਿਬ ਦੇਵਾ ਜੀ, ਜਦੋਂ ਤੁਸੀਂ ਅੰਮ੍ਰਿਤ ਵੇਲੇ ਦੇ ਨਿਤਨੇਮ ਕਰਿਆ ਕਰੋਗੇ, ਅੰਮ੍ਰਿਤ ਵੇਲੇ ਦੀ ਅਰਦਾਸ ਕਰਨ ਵੇਲੇ ਇਹਨਾਂ ਪੰਜਾਂ ਸਾਚਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ। ਇਸ ਤਰ੍ਹਾਂ ਸਾਹਿਬ ਦੇਵਾ ਜੀ ਤੁਹਾਡੇ ਪਲ ਪੂਰੇ ਹੁੰਦੇ ਰਹਿਣਗੇ। ਫਿਰ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਣੀ ਸਿੰਘ ਤੇ ਕੁਝ ਹੋਰ ਸਿੱਖ ਸੰਗਤਾਂ ਦੇ ਸਮੇਤ ਮਾਤਾ ਜੀ ਨੂੰ ਇਹਨਾਂ ਦੀ ਵੱਡੀ ਭੈਣ ਸੁੰਦਰੀ ਜੀ ਕੋਲੇ ਦਿੱਲੀ ਭੇਜਿਆ ਗਿਆ। ਕਲਗੀਧਰ ਪਾਤਸ਼ਾਹ ਜੀ ਸੱਚਖੰਡ ਦੇ ਵੱਡੇ ਗੁਰਦੁਆਰਾ ਸਾਹਿਬ 'ਚੋਂ ਦੀਵਾਲੀ ਦੀ ਪੰਚਮੀ ਨੂੰ 5 ਪੈਸੇ ਨਾਰੀਅਲ ਦਾ ਮੱਥਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਜਗਤ ਸੰਸਾਰ ਨੂੰ ਸ਼ਬਦ ਗੁਰੂ ਪਾਤਸ਼ਾਹ ਜੀ ਦੇ ਲੜ ਲਾ ਕੇ ਕਲਗੀਧਰ ਪਾਤਸ਼ਾਹ ਜੀ ਸੱਚਖੰਡ ਦੇ ਵੱਡੇ ਗੁਰਦੁਆਰਾ ਸਾਹਿਬ 'ਚੋਂ ਸਣੇ ਘੋੜੇ ਸਣੇ ਬਾਜ ਸੱਚਖੰਡ ਵਿੱਚੋਂ ਚਾਲਾ ਮਾਰ ਕੇ ਵਾਹਿਗੁਰੂ जी का खालसा वाहिगुरु जी की फतेह। गुरु ग्रंथ साहिब की दृष्टि एक ऐसे समाज की है जो दैवीय स्वतंत्रता, दया, प्रेम, एक ईश्वर में विश्वास और किसी प्रकार के उत्पीड़न के बिना न्याय पर आधारित है। गुरु ग्रंथ साहिब में मुख्य रूप से गुरु नानक, गुरु अंगद, गुरु अमरदास, गुरु रामदास, गुरु अर्जुन और गुरु तेग बहादुर आदि की वाणी सम्मिलित है। इसमें रामानंद, कबीर और नामदेव जैसे 14 भक्तों जो भक्ति आंदोलन से जुड़े हुए थे उनकी वाणी भी सम्मिलित है। गुरु ग्रंथ साहब में मुस्लिम सूफी संत शेख फरीद की वाणी को भी विशेष महत्व दिया गया है। इस संग्रहालय में सिख गुरुओं के अतिरिक्त भक्तों के चित्र गुरु ग्रंथ साहब की शाश्वत वाणी की ओर संकेत देते हैं। यह गुरुद्वारा गोदावरी नदी के तट पर निर्मित है। आइए एक भक्त के उद्गार सुने। बहुत ही सोहना दृश्य है इत्थे नदी गोदावरी नदी का। महाराज जी इत्थों दे दर्शन करो आप पावन पवित्र गोदावरी नदी जी दे। बहुत ही सोहना दृश्य है गुरुद्वारा साहिब का। गोदावरी तट का वातावरण ध्यान और सिमरन के लिए अनुकूल है। ये दोनों मित्र फिरोजपुर से यहाँ आए हैं और जाने इनसे कि नांदेड़ साहब और आसपास के गुरुद्वारों के प्रति के बारे में आपका क्या कहना है। वाहिगुरु जी का खालसा वाहिगुरु जी की फतेह। सानू हर साल इत्थे आके बहुत वधिया लगदा, जो मन नूं संतुष्टि मिलती है। हजूर साहब पहुँच के असी हर साल कोशिश करते हैं भी नवां तो नवां साल इत्थे मनाइए। तो साडे सज्जन मित्र सानू 3-4 साल हो गए लगातार आउंदियां नूं। असी हर साल ही इत्थे नवां साल मनाउण आउंदे आ। बहुत श्रद्धा ते धूम-धाम नाल इत्थे नवां साल मनाया जांदा। हर साल ही बाबे दे घर मनाया जावे। बहुत वधिया लगता जी इत्थे आके दिल नूं बहुत ज़्यादा सुकून मिलता। महाराज करन किरपा अगले साल फिर आवांगे चढ़दी कला। वाहिगुरू जी का खालसा वाहिगुरू जी की फतेह।
इस गुरुद्वारे की सेवा संभाल का कार्य निहंग सिंह करते हैं। निहंग शब्द की उत्पत्ति संस्कृत के निशंक शब्द से हुई है, जिसका अर्थ होता है निडर और शुद्ध। निहंग सिखों की एक धर्म रक्षक सेना है। इनका 324 वर्ष पुराना शानदार इतिहास रहा है। यह नीले रंग के वस्त्र पहनते हैं, तलवार और ढाल सदैव साथ रखते हैं। निहंग सिख रोज गुरबानी का पाठ करते हैं और बाने में रहते हैं। गरीब, मजबूर और कमज़ोर की रक्षा करना ही इनका कार्य है। तप और त्याग की धरोहर माता साहिब देवा गुरुद्वारे के दर्शन कर आपको अवश्य ही आनंद की अनुभूति हुई होगी। वीडियो को अधिक से अधिक शेयर करें ताकि सिख इतिहास जन जन तक पहुंचे। चैनल पर पहली बार आए हैं तो सब्सक्राइब करना न भूलें। मैं शीघ्र ही आपसे फिर मिलूंगा नांदेड़ साहब के किसी और ऐतिहासिक गुरुद्वारे के दर्शन कराने के लिए।